ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਹੀ ਨਹੀਂ ਸਗੋਂ ਬਾਕੀ ਸਾਰੀਆਂ ਸੰਬੰਧਿਤ ਐਸੋਸੀਏਸ਼ਨਾਂ ਦੇ ਆਫੀਸਰਜ਼ ਅਤੇ ਕੰਮ ਕਰਨ ਵਾਲਿਆਂ ਨੇ ਫਾਈਨੈਂਸ ਮਿਨਿਸਟਰ ਮੈਡਮ ਸੀਤਾਰਮਨ ਵੱਲੋਂ ਬਜਟ ਦੌਰਾਨ ਪ੍ਰਾਈਵੇਟੇਸ਼ਨ ਦਾ ਜੋ ਰੋਡ ਮੈਪ ਦਿੱਤਾ ਸੀ ਉਸ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ 49% ਤੋਂ ਵਧਾ ਕੇ 74% ਕਰਨ, LIC ਦਾ IPO ਲੈ ਕੇ ਆਉਣ ਵਰਗੀਆਂ ਹੋਰ ਵੀ ਮੰਗਾਂ ਨੂੰ ਲੈ ਕੇ ਦੁੱਗਰੀ ਡਿਵੀਜ਼ਨ ਲੁਧਿਆਣਾ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਆਓ ਵੇਖਦੇ ਹਾਂ ਇੱਕ ਰਿਪੋਰਟ। ਭਾਈ ਆਇਓ ਸਾਡਾ ਇੱਕ ਜ਼ਿੰਦਾਬਾਦ ਫਰੰਟ ਮਾਰਚੋ ਫਰੰਟ ਮਾਰਚੋ ਇਹ में IPO नहीं चलेगा धक्केशाही नहीं चलेगी LIC में FDI नहीं चलेगी सेटल चार्टर डिमांड साडा हक है हक जिन्हां दे अपने अभी तो ये अंगड़ाई है डिवीज़न जिथे ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਕੱਲ੍ਹ ਹੀ ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਨੇ ਜਿੰਨੇ ਸਾਡੇ ਆਫੀਸਰਸ LIC ਦੇ ਵਿੱਚ ਕੰਮ ਕਰਦੇ ਹੋਏ ਕਲਾਸ ਫੈਡਰੇਸ਼ਨ ਜਿੱਥੇ ਕਲਾਸ 2 ਜਿਹੜੇ ਫੀਲਡ ਆਫੀਸਰ ਆ ਉਹਨਾਂ ਦੀ ਐਸੋਸੀਏਸ਼ਨ ਔਰ ਇਸ ਪੂਰੇ LIC ਦੇ ਵਿੱਚ 90% 95% ਉੱਤੇ ਵਰਕਫੋਰਸ ਆ ਪੂਰੇ ਹਿੰਦੁਸਤਾਨ ਦੇ ਵਿੱਚ ਆਪਣਾ ਕੰਮ ਠੱਪ ਕਰ ਰਹੀ ਹੈ। ਜਿੱਥੇ ਸਾਡੀਆਂ ਵੇਜ ਰਿਵੀਜ਼ਨ 61 2017 ਤੋਂ ਡਿਊ ਹੈ ਉੱਥੇ ਹੀ ਸਾਡੇ ਅੱਜ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ਼ ਹੈ ਕਿ ਸੀਤਾਰਮਨ ਜਿਹੜੇ ਫਾਈਨਾਂਸ ਮਿਨਿਸਟਰ ਹੈ ਸਾਡੇ ਜਦੋਂ ਉਹਨਾਂ ਨੇ ਬਜਟ ਪੇਸ਼ ਕੀਤਾ ਤਾਂ ਉਹਨਾਂ ਨੇ ਉਸ ਵੇਲੇ ਜਿਹੜਾ ਰੋਡ ਮੈਪ ਦਿੱਤਾ ਪ੍ਰਾਈਵੇਟਾਈਜੇਸ਼ਨ ਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਇੰਸ਼ੋਰੈਂਸ ਸੈਕਟਰ ਦੇ ਵਿੱਚ 49% ਤੋਂ 74% ਕਰ ਦਿਆਂਗੇ ਜਿਹਦਾ ਕਿ ਅੱਜ ਬਿੱਲ ਟੇਬਲ ਹੋਣਾ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਔਰ ਇਸ ਬਿੱਲ ਨੂੰ ਪਾਸ ਕਰਾਉਣ ਦਾ ਵੀ ਉਹਨਾਂ ਨੇ ਨੀਅਤ ਕੀਤਾ ਹੋਇਆ। ਉੱਥੇ ਹੀ ਉਹਨਾਂ ਨੇ ਕਿਹਾ ਕਿ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਨੂੰ ਸਟਾਕ ਮਾਰਕੀਟ ਦੇ ਵਿੱਚ ਸਟੇਕਸ ਦੇ ਫਲੋਟ ਕੀਤੇ ਜਾਣਗੇ ਜਿਹਨੂੰ IPO ਕਿਹਾ ਇਨੀਸ਼ੀਅਲ ਪਬਲਿਕ ਆਫਰ ਲਿਆਂਦਾ ਜਾਏਗਾ। ਉਹ 5% ਹਿੱਸੇਦਾਰੀ ਲਿਆਂਦੇ ਆ 10% ਹਿੱਸੇਦਾਰੀ ਲੈਂਦੇ ਆ ਉਹ ਵੱਖਰੀ ਗੱਲ। ਜਿੱਥੇ ਅੱਜ ਦੇਸ਼ ਕਰੋਨਾ ਦੇ ਵਿੱਚ ਜਿੱਥੇ ਅੱਜ ਦੇਸ਼ ਭੁੱਖਮਰੀ ਦੇ ਵਿੱਚ ਜਿੱਥੇ ਅੱਜ ਦੇਸ਼ ਬੇਰੁਜ਼ਗਾਰੀ ਦੇ ਵਿੱਚ ਸਭ ਤੋਂ ਅੱਗੇ ਹੈ ਉੱਥੇ ਹੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਵਰਗੇ ਅਦਾਰੇ ਜਿਹੜੇ ਕਿ ਬਹੁਤ ਜ਼ਿਆਦਾ ਜਿਸ ਦਿਨ ਤੋਂ ਬਣੇ ਹੈ ਉਸ ਦਿਨ ਇਸ ਹਿੰਦੁਸਤਾਨ ਦੀ ਪ੍ਰਗਤੀ ਦੇ ਵਿੱਚ ਤਰੱਕੀ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੇ ਹੈ। ਜਿੱਥੇ 5 ਕਰੋੜ ਰੁਪਈਆ ਲਗਾ ਕੇ 1956 ਦੇ ਵਿੱਚ LIC ਦੀ ਸਥਾਪਨਾ ਹੋਈ ਸੀ ਹਰ ਸਾਲ ਡਿਵੀਡੈਂਡ ਦਿੰਦੇ ਹਾਂ ਅਸੀਂ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਇਸ ਗਵਰਨਮੈਂਟ ਆਫ ਇੰਡੀਆ ਨੂੰ ਜਿਹੜਾ ਕਿ ਪਿਛਲੇ ਸਾਲ ਉਸ 5 ਕਰੋੜ ਦੇ ਬਦਲੇ 2698 ਕਰੋੜ ਰੁਪਈਆ ਦਿੱਤਾ ਤੇ ਹੁਣ ਤੱਕ 28000 ਕਰੋੜ ਰੁਪਈਆ ਦੇ ਚੁੱਕੇ ਹਾਂ। ਅਸੀਂ ਹਿੰਦੁਸਤਾਨ ਦੀਆਂ ਜਿੰਨਾ ਇਨਫਰਾਸਟਰਕਚਰ ਡਿਵੈਲਪਮੈਂਟ ਹੈ ਉਹਦੇ ਵਿੱਚ LIC ਆਪਣਾ ਰੋਲ ਬਾਖੂਬੀ ਪਲੇ ਕਰਦੀ ਹੈ। LIC ਦੇ ਕੋਲ ਤਕਰੀਬਨ 10 ਲੱਖ ਤੋਂ ਉੱਥੇ ਏਜੰਟ ਹੈ, 1.25 ਲੱਖ ਦੇ ਵਿੱਚ ਵਰਕਫੋਰਸ ਹੈ। ਇਹਦਾ ਮਤਲਬ ਅਸੀਂ 12 ਲੱਖ ਇੰਪਲਾਈ ਨੂੰ ਤਾਂ ਇੱਕ ਕਿਸਮ ਦਾ ਰੁਜ਼ਗਾਰ ਦਿੱਤਾ ਹੋਇਆ ਹਿੰਦੁਸਤਾਨ ਦੇ ਵਿੱਚ। ਜਿੱਥੇ ਅਸੀਂ ਸੜਕ ਦੇ ਉੱਤੇ 4 ਕਦਮ ਤੁਰਦੇ ਹਾਂ ਤਾਂ ਇੱਕ ਕਦਮ ਉਹ ਹੈ ਜਿਹੜਾ LIC ਨੇ ਸੜਕ ਬਣਾਈ ਹੈ। ਜਿੱਥੇ ਅੱਜ ਟੂਟੀਆਂ ਦੇ ਵਿੱਚ ਪਾਣੀ ਅਗਰ 4 ਗਲਾਸ ਕੱਢਦੇ ਹਾਂ ਤਾਂ ਇੱਕ ਗਲਾਸ ਉਹ ਹੈ ਜਿਹੜਾ LIC ਨੇ ਦਿੱਤਾ ਹੈ। ਕਹਿਣ ਦਾ ਮੇਰਾ ਭਾਵ ਹੈ ਕਿ 25% LIC ਜਿਹੜੀ ਦੇਸ਼ ਦੀ ਬੋਰਿੰਗ ਹੈ ਉਹਦੇ ਵਿੱਚ ਹਿੱਸਾ ਪਾਉਂਦੀ ਹੈ। LIC 5 ਈਅਰ ਪਲਾਨ ਦੇ ਵਿੱਚ ਹੁਣ ਤੱਕ ਆਪਣਾ ਰੋਲ ਅਦਾ ਕਰਦੀ ਆ ਰਹੀ ਹੈ ਔਰ ਜਿਹੜਾ 24 ਲੱਖ ਕਰੋੜ ਰੁਪਏ ਦਾ ਇਸ 5 ਈਅਰ ਪਲਾਨ ਦੇ ਵਿੱਚ 17 ਤੋਂ ਲੈ ਕੇ 22 ਤੱਕ ਜਿਹੜਾ 5 ਈਅਰ ਪਲਾਨ ਹੈ ਇਹਦੇ ਵਿੱਚ 7 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਅਸੀਂ ਹਿੱਸਾ ਪਾ ਚੁੱਕੇ ਹਾਂ। ਜਿੱਥੇ ਅੱਜ ਦੇਸ਼ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਪਬਲਿਕ ਸੈਕਟਰ ਅੰਡਰਟੇਕਿੰਗ ਘਾਟੇ 'ਚ ਜਾ ਰਹੇ ਨੇ, ਇਹ ਲੋਕ ਕੰਮ ਨਹੀਂ ਕਰਦੇ। ਉੱਥੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਅਡਾਨੀ ਕਹੋ ਅੰਬਾਨੀ ਕਰੋ ਜਾਂ ਹੋਰ ਜਿਹੜੇ ਕਰੋਨੀ ਕੈਪੀਟਲਿਜ਼ਮ ਹੈ ਉਹਨਾਂ ਦੇ ਥੱਲੇ ਉਹਨਾਂ ਦੀਆਂ ਹਦਾਇਤਾਂ ਦੇ ਥੱਲੇ ਸਰਕਾਰ ਜਿਹੜੇ ਪਬਲਿਕ ਸੈਕਟਰ ਅੰਡਰਟੇਕਿੰਗ ਹੈ ਇਹ ਦੇਸ਼ ਨੂੰ ਵਿਗਾੜ ਕੇ ਨਾਸ਼ ਕਰਨਾ ਚਾਹੁੰਦੇ ਹੈ। ਅੱਜ LIC ਦੇ ਸਾਰੇ ਕੰਮ ਹੈ ਇਸ ਦੇ ਵਿਰੋਧ ਦੇ ਵਿੱਚ ਅਸੀਂ ਜਦੋਂ 1999 ਦੇ ਵਿੱਚ 26% ਕਰਨ ਦੀ ਗੱਲ ਹੋਈ ਸੀ ਜਦੋਂ ਪ੍ਰਾਈਵੇਟ ਕੰਪਨੀਆਂ ਨੂੰ ਇੱਥੇ ਲਿਆਂਦਾ ਗਿਆ ਸੀ ਉਦੋਂ ਵੀ ਆਪਣਾ ਇੱਕ ਦਿਨ ਦਾ ਹੜਤਾਲ ਕਰਕੇ ਅਸੀਂ ਆਪਣਾ ਰੋਸ਼ ਪ੍ਰਗਟ ਕੀਤਾ ਸੀ। ਔਰ ਮੈਂ ਸਮਝਦਾ ਕਿ ਅਗਰ ਅਸੀਂ ਉਹ ਕੰਮ ਨਾ ਕਰਦੇ ਤਾਂ ਅੱਜ ਦੇਸ਼ ਦੇ ਵਿੱਚ 21 ਸਾਲ ਬਾਅਦ ਵੀ LIC ਜਿਹੜੀ ਹੈ ਉਹ ਗਵਰਨਮੈਂਟ ਦੀ ਸੰਸਥਾ ਹੈ। ਅੱਜ ਇਹਨੂੰ ਇੱਕ ਸਰਕਾਰ ਇੱਕ ਹੋਰ ਕਦਮ ਲਿਆ ਕੇ ਜਿਹਨੂੰ IPO ਕਹਿੰਦੇ ਹਾਂ ਇਹ ਸਰਕਾਰ ਇਹਨੂੰ ਪ੍ਰਾਈਵੇਟਾਈਜ਼ ਕਰਨਾ ਚਾਹੁੰਦੀ ਹੈ। ਅੱਜ ਸਰਕਾਰ ਇੱਕ ਡਿਸਮੈਸਮੈਂਟ ਨਾਂ ਦਾ ਨਾਰਾ ਦਿੰਦੀ ਹੈ ਕਿ ਸਾਡਾ ਟਾਰਗੇਟ ਹੈ ਕਿ ਸਾਡੇ ਕੋਲ ਘਾਟਾ ਹੈ ਉਸ ਘਾਟੇ ਨੂੰ ਪੂਰਾ ਕਰਨ ਦੇ ਲਈ
1 ਕਰੋੜ 75 ਲੱਖ ਰੁਪਈਆ ਅਸੀਂ ਜਿਹੜਾ ਹੈ ਇੱਕ ਉਹ ਡਿਸਇਨਵੈਸਟਮੈਂਟ ਦੇ ਥਰੂ ਅਸੀਂ ਪੂਰਾ ਕਰਨਾ ਹੈ ਔਰ ਅਸੀਂ ਆਪਣੇ ਪਬਲਿਕ ਸੈਕਟਰ ਅੰਡਰਟੇਕਿੰਗ ਨੂੰ ਵੇਚਣਾ ਹੈ। ਇਹ ਪਬਲਿਕ ਸੈਕਟਰ ਅੰਡਰਟੇਕਿੰਗ ਸਾਡੇ ਅੱਜ ਪੈਨਸ਼ਨਰ ਸਾਥੀ ਆਲ ਇੰਡੀਆ ਇੰਸ਼ੋਰੈਂਸ ਪੈਨਸ਼ਨਰ ਐਸੋਸੀਏਸ਼ਨ ਦੇ ਵੀ ਇੱਥੇ ਆਏ ਹੈ, ਜਿਨ੍ਹਾਂ ਨੇ ਆਪਣੇ 30 35 ਸਾਲ ਦੀ ਨੌਕਰੀ ਦੇ ਦੌਰਾਨ ਇਸ ਸੰਸਥਾ ਨੂੰ ਤਰੱਕੀ ਦੇ ਵਿੱਚ ਆਪਣਾ ਰੋਲ ਪਲੇ ਕੀਤਾ ਹੈ। ਅੱਜ ਉਹ ਸਾਰੇ ਨਿਰਾਸ਼ ਹੈ ਇਸ ਗਵਰਨਮੈਂਟ ਦੇ ਡਿਸੀਜਨ ਦੇ ਉੱਤੇ ਕਿ ਉਹ ਸੰਸਥਾ ਜਿਹੜੀ ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਆਪਣਾ ਰੋਲ ਪਲੇ ਕਰ ਰਹੀ ਹੈ, ਉਹ ਸੰਸਥਾ ਜਿਹੜੀ ਵੱਧੋ ਵੱਧ ਰੁਜ਼ਗਾਰ ਦੇ ਰਹੀ ਹੈ, ਉਹ ਸੰਸਥਾ ਜਦੋਂ ਵੀ ਸ਼ੇਅਰ ਮਾਰਕੀਟ ਦੇ ਵਿੱਚ ਕੋਈ ਅਪ ਐਂਡ ਡਾਊਨ ਹੁੰਦਾ ਤਾਂ LIC ਨੂੰ ਮੂਹਰੇ ਕਰ ਦਿੱਤਾ ਜਾਂਦਾ ਹੈ, ਚਾਹੇ ਪਿਛਲੇ ਦਿਨਾਂ 'ਚ IDBI ਸੀ ਚਾਹੇ ਹੋਰ ਅਦਾਰੇ ਸੀ। ਅੱਜ ਸਰਕਾਰ ਕਹਿੰਦੀ ਹੈ ਕਿ ਪ੍ਰਾਈਵੇਟਾਈਜ਼ ਕਰ ਦਿਓ, ਪਰ ਇਹ ਤਾਂ ਬਣੀ 1956 'ਚ ਉਦੋਂ ਸੀ ਜਦੋਂ ਪ੍ਰਾਈਵੇਟ ਕੰਪਨੀਆਂ ਲੁੱਟ ਖਸੁੱਟ ਕਰ ਰਹੀਆਂ ਸੀ, ਜਦੋਂ ਇੰਸ਼ੋਰੈਂਸ ਸੈਕਟਰ ਵਿੱਚ 245 ਕੰਪਨੀਆਂ ਨੇ ਲੋਟੂ ਟੋਲਾ ਇਕੱਠਾ ਹੋ ਕੇ ਹਿੰਦੁਸਤਾਨ ਦੀ ਜਨਤਾ ਦੀ ਲੁੱਟ ਕਰਦੇ ਹੋਏ ਉਹਨਾਂ ਨੂੰ ਪੈਸਾ ਨਹੀਂ ਦਿੰਦੇ ਸੀ, ਤਾਂ ਸਰਕਾਰ ਨੇ 19 ਜਨਵਰੀ 1956 ਨੂੰ ਆਰਡੀਨੈਂਸ ਲਾ ਕੇ ਇਹਨੂੰ ਨੈਸ਼ਨਲਾਈਜ਼ ਕੀਤਾ ਸੀ। ਅੱਜ ਨੈਸ਼ਨਲਾਈਜ਼ ਨੂੰ ਅਸੀਂ ਡੀਨੈਸ਼ਨਲਾਈਜੇਸ਼ਨ ਕਰ ਰਹੇ ਹਾਂ। ਅੱਜ ਦੀ ਹੜਤਾਲ ਦਾ ਕਿੰਨਾ ਕੁ ਅਸਰ ਹੋਊਗਾ ਜੀ? ਅੱਜ ਦੀ ਹੜਤਾਲ ਦਾ ਮੈਂ ਸਮਝਦਾ ਕਿ ਦੇਖੋ ਸਰਕਾਰ ਬੇਸ਼ਰਮ ਹੋ ਚੁੱਕੀ ਹੈ। ਸਰਕਾਰ ਨੇ ਜਿਹੜਾ ਇਹ ਬਜਟ ਪੇਸ਼ ਕੀਤਾ ਹੈ, ਮੈਂ ਸਮਝਦਾ ਇਹਨਾਂ ਦਾ ਐਕਸਪੈਂਡੀਚਰ ਔਰ ਰੈਵਨਿਊ ਅਕਾਊਂਟ ਨਹੀਂ ਹੈ, ਇਹ ਉਹਨਾਂ ਦੀ ਪੋਲੀਟੀਕਲ ਅੰਡਰਸਟੈਂਡਿੰਗ ਦੀ ਸਮਝ ਰੱਖਦਾ ਹੈ। ਇਹ ਸਰਕਾਰ ਸਭ ਪਬਲਿਕ ਅੰਡਰਟੇਕਿੰਗ ਨੂੰ ਵੇਚਣਾ ਚਾਹੁੰਦੀ ਹੈ ਔਰ ਸਾਡਾ ਇਹ ਮੰਨਣਾ ਹੈ ਕਿ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਅਸੀਂ ਆਵਾਮ ਨੂੰ, ਜਿੱਥੇ 40 ਕਰੋੜ ਜਨਤਾ ਜਿਹੜੀ ਸਾਡੇ ਕੋਲ ਇੰਸ਼ੋਰਡ ਹੈ, 30 ਲੱਖ ਕਰੋੜ ਇੰਡੀਵਿਜੂਅਲ ਇੰਸ਼ੋਰਰ ਹੈ ਔਰ 10 ਕਰੋੜ ਬੰਦੇ ਉਹ ਹੈ ਜਿਹੜੇ ਗਰੁੱਪ ਇੰਸ਼ੋਰੈਂਸ ਦੇ ਵਿੱਚ ਕਵਰ ਕਰਦੇ। ਬਿੱਲ ਪਾਸ ਹੋਏ ਨਾ ਕੋਈ ਗੱਲ ਅਗਲੀ ਰਣਨੀਤੀ ਸਾਡੀ ਇਹੀ ਹੋਏਗੀ ਕਿ ਅਸੀਂ ਪਬਲਿਕ ਦੇ ਕੋਲ ਜਾਵਾਂਗੇ। ਇਸ ਲਈ ਪਿਛਲੇ ਦਿਨਾਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਨੂੰ ਮਿਲੇ ਹਾਂ, ਲਗਭਗ 400 ਤੋਂ ਉੱਤੇ ਮੈਂਬਰ ਪਾਰਲੀਮੈਂਟ ਨੂੰ ਮਿਲੇ ਹਾਂ। ਲੁਧਿਆਣਾ ਦੇ ਵਿੱਚ ਅਸੀਂ ਰਵਨੀਤ ਸਿੰਘ ਬਿੱਟੂ ਨੂੰ, ਅਮਰ ਸਿੰਘ ਹੁਣਾਂ ਨੂੰ, ਫਤਿਹਗੜ੍ਹ ਸਾਹਿਬ 'ਚ ਨੇੜੇ ਤੇੜੇ ਅਸੀਂ ਉਹਨਾਂ ਸਾਥੀਆਂ ਨੂੰ ਮਿਲੇ ਹਾਂ ਔਰ ਲੋਕਾਂ ਨੂੰ ਕਿਹਾ ਹੈ ਕਿ ਲੋਕਾਂ ਦਾ ਪੈਸਾ ਹੈ, ਪੀਪਲ ਮਨੀ ਫॉर ਪੀਪਲ ਵੈਲਫੇਅਰ। ਇਹ ਨਾ ਹੋਵੇ ਕਿ ਜਿਹੜਾ ਦੇਸ਼ ਨੇ ਇਹ ਪੈਸਾ ਸਾਡਾ ਨਹੀਂ ਹੈ, ਅਸੀਂ ਅੱਜ ਆਪਣੇ ਆਪ ਨੂੰ ਆਪਣੀ, ਕਿਉਂਕਿ ਫਾਈਨਾਂਸ ਮਿਨਿਸਟਰ ਕਹਿ ਚੁੱਕਿਆ ਹੈ ਕਿ ਅਗਰ ਅਸੀਂ PSU ਦੀ ਡਿਸਇਨਵੈਸਟਮੈਂਟ ਕਰਦੇ ਹਾਂ, EMPLOYE ਧਿਆਨ ਰੱਖਣ, EMPLOYE ਨੂੰ ਕੋਈ ਪ੍ਰੋਬਲਮ ਨਹੀਂ। ਇਹਦਾ ਮਤਲਬ ਉਹ ਮੰਨਣਾ ਚਾਹੁੰਦੇ ਹੈ ਕਿ EMPLOYE ਨੂੰ ਪ੍ਰੋਬਲਮ ਨਹੀਂ, ਤਾਂ ਅਸੀਂ ਅੱਜ ਦੇਸ਼ ਦੀ ਜਨਤਾ ਵਾਸਤੇ ਸੜਕਾਂ ਤੇ ਆਏ ਹਾਂ। ਅਸੀਂ ਅੱਜ ਦੇਸ਼ ਦੀ ਜਨਤਾ ਵਾਸਤੇ ਇੱਕ ਦਿਨ ਦੀ ਆਪਦੀ ਹੜਤਾਲ ਕਰਕੇ ਆਪਦਾ ਪੈਸਾ ਕਟਾ ਕੇ ਆਫੀਸਰ ਜਥੇਬੰਦੀ, ਕਲਾਸ 3-4 ਐਸੋਸੀਏਸ਼ਨ, ਕਲਾਸ 2 ਐਸੋਸੀਏਸ਼ਨ, ਇੱਥੋਂ ਤੱਕ ਕਿ ਪੈਨਸ਼ਨਰ ਦੇ ਸਾਥੀ ਅੱਜ ਸੜਕਾਂ ਤੇ ਹੈ। ਦੇਸ਼ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਥੀਓ, ਤੁਹਾਡਾ ਪੈਸਾ, ਤੁਹਾਡੀ ਮਹਿਫੂਜ਼ ਦੌਲਤ ਹੈ। ਪਿਛਲੇ 64 ਸਾਲਾਂ ਦੇ ਵਿੱਚ LIC ਕੋਲ ਜਿਹੜਾ ਵੀ ਪੈਸਾ ਆਇਆ ਮਹਿਫੂਜ਼ ਰਿਹਾ, ਕਿਸੇ ਦਾ ਕੋਈ ਇਲਜ਼ਾਮ ਨਹੀਂ ਲੱਗਿਆ ਅੱਜ ਤੱਕ LIC ਦੇ ਉੱਤੇ ਕਿ ਉਹਨਾਂ ਦਾ ਪੈਸਾ ਮਿਲਿਆ ਨਹੀਂ। ਬੈਸਟ ਕਲੇਮ ਇੰਸ਼ੋਰਰ ਵਰਲਡ ਦੇ ਵਿੱਚ ਅਸੀਂ ਹੈਗੇ ਹਾਂ। ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਜਦੋਂ ਅਸੀਂ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਰਹੇ ਹਾਂ, ਲੋਕਾਂ ਦਾ ਬਣਦਾ ਪੈਸਾ ਟਾਈਮ ਸਿਰ ਦੇ ਰਹੇ ਹਾਂ, ਕਲੇਮ ਟਾਈਮ ਸਿਰ ਸੈਟਲ ਕਰ ਰਹੇ ਹਾਂ ਔਰ ਦੇਸ਼ ਦੀ ਪ੍ਰਗਤੀ ਦੇ ਵਿੱਚ, ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾ ਰਹੇ ਹਾਂ, ਸਾਨੂੰ ਲੱਗਦਾ ਇਹ ਸਟੈਪ ਗਲਤ ਹੈ। ਲੋਕ ਸਾਡੇ ਨਾਲ ਉੱਠਣਗੇ, ਲੋਕ ਕਹਿਣਗੇ ਕਿ ਸਾਡੀ ਬੱਚਤਾਂ ਨੂੰ ਮਹਿਫੂਜ਼ ਰੱਖਣ ਲਈ LIC ਆਫ ਇੰਡੀਆ ਵਰਗੇ ਅਦਾਰੇ ਨੂੰ ਪ੍ਰਾਈਵੇਟਾਈਜ਼ ਨਾ ਕੀਤਾ ਜਾਵੇ, ਇਹਦੇ ਵਿੱਚ IPO ਨਾ ਲਿਆਂਦਾ ਜਾਵੇ। ਅੱਜ ਸਾਰੇ LIC ਆਫਿਸਿਸ ਦੇ ਵਿੱਚ ਕਲਾਸ 1 ਐਸੋਸੀਏਸ਼ਨ, ਕਲਾਸ 2 ਐਸੋਸੀਏਸ਼ਨ ਔਰ ਕਲਾਸ 3-4 ਐਸੋਸੀਏਸ਼ਨ ਸਾਰੇ ਨੇ ਇਕੱਠੇ ਹੋ ਕੇ ਜੁਆਇੰਟ ਫਰੰਟ ਤੇ ਅੱਜ 18 ਮਾਰਚ ਨੂੰ ਦੇਸ਼ ਦੇ ਜਿੰਨੇ ਵੀ LIC ਆਫਿਸਿਸ ਹੈ ਸਭ 'ਚ ਹੜਤਾਲ ਹੈ। ਇਹਦਾ ਮੁੱਖ ਕਾਰਨ ਹੈ ਕਿ ਜਿਹੜਾ ਬਜਟ ਦੇ ਵਿੱਚ ਇਸ ਵਾਰੀ ਵਿੱਤ ਮੰਤਰੀ ਨੇ LIC 'ਚ IPO ਪ੍ਰਪੋਜ਼ਲ ਲਾਉਣ ਦਾ ਪ੍ਰਪੋਜ਼ਲ ਦਿੱਤਾ ਹੈ। ਦੂਸਰਾ, ਜਿਹੜੀ FDI ਦੀ ਸੀਮਾ 26% ਤੋਂ 49% ਵਧਾਉਣ ਦਾ 49% ਤੋਂ 74% ਵਧਾਉਣ ਦਾ ਪ੍ਰਪੋਜ਼ਲ ਹੈ, ਉਸ ਦੇ ਬਾਰੇ। ਔਰ ਤੀਸਰਾ, ਸਾਡੀ ਜਿਹੜੀ 1 ਅਗਸਤ 2017 ਤੋਂ ਵੇਜ ਰਿਵੀਜ਼ਨ ਡਿਊ ਹੈ, ਉਹਦੇ ਬਾਰੇ ਹਾਲੇ ਕੋਈ ਗੱਲਬਾਤ ਨਹੀਂ ਹੋਈ। ਸਾਨੂੰ ਮੈਨੇਜਮੈਂਟ ਵੱਲੋਂ 16% ਦੀ ਆਫਰ ਦਿੱਤੀ ਗਈ ਹੈ, ਉਹ ਨਿਕਲ ਜਾਣ ਤੋਂ ਬਾਅਦ 2 ਮਹੀਨੇ ਹੋ ਗਏ, ਇਸ 'ਤੇ ਕੋਈ ਗੱਲਬਾਤ ਨਹੀਂ ਹੋਈ। ਪਰ ਅੱਜ ਦਾ ਸਾਡੀ ਹੜਤਾਲ ਦੇ ਵਿੱਚ ਇਹ ਵੀ ਕਾਰਨ ਹੈ ਕਿ ਸਾਡਾ ਵੇਜ ਰਿਵੀਜ਼ਨ ਹੈ ਜਿਹੜਾ ਉਹ ਜਲਦੀ ਤੋਂ ਜਲਦੀ ਸੈਟਲ ਕੀਤਾ ਜਾਏ। ਨਹੀਂ, ਇਹ ਦੇਖੋ, ਆਪਣੀ ਐਸੋਸੀਏਸ਼ਨ ਦਾ, ਉਹਨਾਂ ਦਾ ਸਾਡੇ ਜਿਹੜੇ ਪ੍ਰਪੋਜ਼ਲ ਹੈ, ਜਿਸ ਦਾ ਮੁੱਖ ਕਾਰਨ ਅੱਜ ਹੈ ਕਿ ਸਾਡਾ IPO ਪ੍ਰਪੋਜ਼ਲ ਔਰ FDI ਸੀਮਾ ਉੱਤੇ ਹੈ। ਤਾਂ ਜਿਹੜਾ ਬੈਂਕਾਂ ਦੇ ਨਾਲ ਵੀ ਅਸੀਂ ਸੋਲੀਡੇਟਰੀ ਖੜੇ ਸੀ ਕਿ ਅਸੀਂ 15 ਤਰੀਕ ਨੂੰ ਆਪਣੇ ਇੱਥੇ ਵੀ ਡੈਮੋਨਸਟ੍ਰੇਸ਼ਨਸ ਕੀਤੀਆਂ। ਜਦੋਂ 15-16 ਦੀ ਬੈਂਕਾਂ ਦੀ ਸਟ੍ਰਾਈਕ ਸੀ, ਆਪਾਂ ਇੱਥੇ ਡੈਮੋਨਸਟ੍ਰੇਸ਼ਨ ਕੀਤੀ ਹੈ ਆਪਣੇ ਲੰਚ ਆਵਰਸ ਦੇ ਵਿੱਚ। ਅਸੀਂ ਉਹਨਾਂ ਦੇ ਨਾਲ ਬਰਾਬਰ ਖੜੇ ਹਾਂ ਬੈਂਕਾਂ ਦੇ, ਪਰ ਆਪਣਾ ਜਿਹੜਾ ਉਹਨਾਂ ਦਾ ਹੈ, ਉਹਨਾਂ ਦਾ ਆਪਣੇ ਕਾਰਨ ਹੈ ਔਰ ਅਸੀਂ ਉਹਦੇ ਵੀ ਅਗੇਂਸਟ ਹੈ ਕਿ ਜਿਹੜਾ ਬੈਂਕਾਂ ਦਾ ਪ੍ਰਾਈਵੇਟਾਈਜੇਸ਼ਨ ਕੀਤਾ ਜਾ ਰਿਹਾ, ਮਰਜਰ ਕੀਤਾ ਜਾ ਰਿਹਾ ਹੈ। ਇਹ ਇੱਕ ਤਰ੍ਹਾਂ ਦੇ ਸਾਰੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟਾਈਜੇਸ਼ਨ ਦੀ ਤਰਫ ਤੇ ਘੇਲਿਆ ਜਾ ਰਿਹਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੰਨੇ ਵੀ ਪਬਲਿਕ ਸੈਕਟਰਸ ਹੈ ਉਹਨਾਂ ਦਾ ਨਿੱਜੀਕਰਨ ਨਾ ਕੀਤਾ ਜਾਏ। ਜਿਹੜਾ ਇਹ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਨਾਮ ਤੇ ਬੜੇ ਘਰਾਣਿਆਂ ਨੂੰ ਜਿਹੜਾ ਇਹ ਪ੍ਰੋਫਿਟ ਦੇਣਾ ਚਾਹੁੰਦੇ ਹੈ, ਉਹਨਾਂ ਨੂੰ ਇਨਕਮ ਦਾ ਜ਼ਿਆਦਾ ਦਾ ਸਾਧਨ ਬਣਾਉਣਾ ਚਾਹੁੰਦੇ। ਇਸ ਤਰ੍ਹਾਂ ਗਰੀਬ ਜਨਤਾ ਦਾ ਜਿਹੜਾ ਪੈਸਾ ਹੈ ਉਹ ਆਪਣੇ ਅਮੀਰਾਂ ਲੋਕਾਂ ਕੋਲ ਜਿਹੜੇ ਖਾਈ ਵੱਧਦੀ ਜਾਂਦੀ ਹੈ, ਅਮੀਰ ਦੀ ਔਰ ਗਰੀਬ ਦੀ, ਉਹਨੂੰ ਘੱਟ ਕੀਤਾ ਜਾਏ। ਉਹਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਅਸੀਂ ਉਹਨੂੰ, ਸਰਕਾਰ ਹੈ ਕਿ ਉਹਨੂੰ ਵਧਾ ਰਹੀ ਹੈ, ਅਸੀਂ ਇਹਦੇ ਅਗੇਂਸਟ ਆ। ਸਾਡਾ ਅੱਜ ਹੜਤਾਲ ਦਾ ਮੁੱਖ ਕਾਰਨ ਤਾਂ ਸਾਡੀ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਜਿਹੜੀ 74% ਲਿਮਿਟ
ਕਰਨ ਜਾ ਰਹੇ ਹਾਂ ਉਹਦੇ ਅਗੇਂਸਟ ਹੈ, LIC 'ਚ IPO ਦਾ ਪ੍ਰਪੋਜ਼ਲ ਜਿਹੜਾ ਹੈ ਉਸ ਦੇ ਅਗੇਂਸਟ ਹੈ, ਔਰ ਤੀਸਰਾ ਸਾਡੀ ਜਿਹੜੀ ਵੇਜ ਰਿਵੀਜ਼ਨ ਹੈ ਉਹਦੇ ਸਾਡੀ ਜਲਦੀ ਤੋਂ ਜਲਦੀ ਸੈਟਲ ਕੀਤੀ ਜਾਏ। ਸਾਡਾ ਇੱਕ ਜ਼ਿੰਦਾਬਾਦ ਜੁਆਇੰਟ ਫਰੰਟ ਮਾਰਚ ਔਨ ਜੁਆਇੰਟ ਫਰੰਟ ਮਾਰਚ ਔਨ ਇਹ में IPO नहीं चलेगा धक्केशाही नहीं चलेगी। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੇ ਨਾਲ ਕਮਲਪ੍ਰੀਤ ਗਰਚਾ ਦੀ ਰਿਪੋਰਟ fox.punjabi, your city, your news।